ਇਹ ਅਫੀਮ ਦਾ ਆਦੀ ਹੋ ਗਿਆ ਸੀ ਤੇ ਜਿਸ ਕਰਕੇ ਇਹ ਜਾਰਜੀਆ ਦੇ ਕੋਲੰਬਸ ਸ਼ਹਿਰ ਵਿੱਚ ਰਹਿਣ ਲੱਗਿਆ ਤੇ ਇੱਥੇ ਹੀ ਰਹਿੰਦਿਆਂ ਇਸ ਨੇ ਅਫੀਮ ਦਾ ਨਸ਼ਾ ਛੱਡਣ ਦਾ ਰਾਹ ਖੋਜਣਾ ਸ਼ੁਰੂ ਕੀਤਾ ਤੇ ਫੌਜ ਵਿੱਚ ਹੋਣ ਤੋਂ ਪਹਿਲਾਂ ਇਸ ਨੇ ਫਾਰਮੇਸੀ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਸੋ ਫਾਰਮੇਸੀ ਦਾ ਸਟੂਡੈਂਟ ਸੀ, ਨਸ਼ੇ ਦੀ ਲੱਤ ਵਿੱਚ ਤਾਂ ਰਹਿ ਨਹੀਂ ਸਕਦਾ ਸੀ ਤੇ ਉਸ ਨੇ ਸੋਚਿਆ ਕਿ ਕਿਉਂ ਨਾ ਅਜਿਹੀ ਚੀਜ਼ ਬਣਾ ਦਿੱਤੀ ਜਾਵੇ ਜਿਸ ਨਾਲ ਅਫੀਮ ਦੀ ਲੱਤ ਨਾ ਲੱਗੇ ਤੇ ਜਿਸ ਤੋਂ ਬਾਅਦ ਇਸ ਨੇ ਹਜ਼ਾਰਾਂ ਹੀ ਚੀਜ਼ਾਂ ਕ੍ਰਾਸ ਕਰਕੇ ਦੇਖੀਆਂ ਪਰ ਕੋਈ ਵੀ ਪਦਾਰਥ ਇਸ ਦਾ ਨਸ਼ਾ ਛੱਡਣ ਲਈ ਕਾਮਯਾਬ ਨਹੀਂ ਹੋਇਆ। ਤੇ ਫਿਰ ਇੱਕ ਦਿਨ ਇਸ ਨੇ ਕੋਕਾ ਪੌਦੇ ਬਾਰੇ ਪੜਿਆ ਜਿਸ ਨੂੰ ਪੇਰੂ ਦੇ ਲੋਕ ਪਿਛਲੇ ਕਈ ਹਜ਼ਾਰ ਸਾਲਾਂ ਤੋਂ એનર્ਜੀ ਲਿਆਉਣ ਲਈ ਤੇ ਜੋਸ਼ ਲਿਆਉਣ ਲਈ ਵਰਤਦੇ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਹ ਪੌਦੇ ਨੂੰ ਕੋਕਾ ਕੋਲਾ ਵਿੱਚ ਯੂਜ਼ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਮਸ਼ਹੂਰ ਵਾਈਨ ਵਿੱਚ ਯੂਜ਼ ਕੀਤਾ ਗਿਆ ਸੀ ਤੇ ਇਹ ਵਾਈਨ ਆਪਣੇ ਸਮੇਂ ਦੀ ਬਹੁਤ ਹੀ ਮਸ਼ਹੂਰ ਵਾਈਨ ਸੀ। ਇਸ ਨੂੰ ਬਹੁਤ ਹੀ ਵੱਡੇ ਲੋਕ ਪੀਂਦੇ ਸੀ ਜਿਵੇਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਥਾਮਸ ਐਡੀਸਨ ਵਰਗੇ ਲੋਕ। ਤੇ ਇਹ ਵਾਈਨ ਤੋਂ ਇਨਸਪਾਇਰ ਹੋ ਕੇ ਜੌਨ ਨੇ ਫ੍ਰੈਂਚ ਵਾਈਨ ਕੋਕਾ ਬਣਾਈ ਤੇ ਉਸ ਦਾ ਕਹਿਣਾ ਸੀ ਕਿ ਇਸ ਨੇ ਉਸ ਸਮੇਂ ਦੀ ਸਭ ਤੋਂ ਵਧੀਆ ਵਾਈਨ ਤੋਂ ਵੀ ਵਧੀਆ ਵਾਈਨ ਬਣਾ ਦਿੱਤੀ ਹੈ ਤੇ ਅਜਿਹਾ ਮੰਨਣਾ ਉਹਨਾਂ ਦਾ ਇਸ ਕਰਕੇ ਸੀ ਕਿਉਂਕਿ ਇਸ ਵਿੱਚ ਮਿਕਸ ਕਰਨ ਵਾਲੇ ਇਨਗਰੀਡੀਐਂਟ ਇੱਕ ਤਾਂ ਕੋਕਾ ਪੌਦਾ ਦੇ ਪੱਤੇ ਜਿਨ੍ਹਾਂ ਦਾ ਐਲਕੋਲਾਈਡ ਪ੍ਰਿੰਸੀਪਲ ਕੋਕੀਨ ਸੀ ਜੋ ਕਿ એનર્ਜੀ ਵਧਾਉਣ ਵਿੱਚ ਕੰਮ ਕਰਦਾ ਹੈ ਤੇ ਦੂਜੀ ਇੰਪੋਰਟੈਂਟ ਚੀਜ਼ ਜੋ ਇਸ ਵਿੱਚ ਐਡ ਕੀਤੀ ਸੀ ਉਸ ਕਰਕੇ ਉਹਨਾਂ ਦਾ ਮੰਨਣਾ ਸੀ ਕਿ ਸਾਡੀ ਵਾਈਨ ਦੂਜੀ ਮਸ਼ਹੂਰ ਵਾਈਨ ਨਾਲੋਂ ਉੱਤੇ ਹੈ। ਉਹ ਸੀ ਕੋਲਾ ਨਟਸ ਤੇ ਇਹਨਾਂ ਦਾ ਐਲਕੋਲਾਈਡ ਪ੍ਰਿੰਸੀਪਲ ਕੈਫੀਨ ਸੀ ਤੇ ਇਹ ਵੀ ਐਕਸਟਰਾ એનર્ਜੀ ਲਈ ਯੂਜ਼ ਕੀਤਾ ਜਾਂਦਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵਾਈਨ ਨੂੰ ਨਰਵਸ ਡਿਸਆਰਡਰ ਸਿਰ ਦਰਦ ਨੂੰ ਦੂਰ ਕਰਨ ਵਾਲੀ ਵਾਈਨ ਕਹਿ ਕੇ ਪ੍ਰਮੋਟ ਕੀਤਾ। ਮਤਲਬ ਇੱਕ ਅਜਿਹੀ ਡਰਿੰਕ ਜੋ ਤੁਹਾਡੀ ਪੂਰੀ ਹੈਲਥ ਤੇ ਹੈਪੀਨੈਸ ਨੂੰ ਰਿਸਟੋਰ ਕਰ ਦੇਵੇਗੀ ਤੇ ਜੇਕਰ ਕੋਈ ਹੋਰ ਕਿਸੇ ਨਸ਼ੇ ਦਾ ਐਡਿਕਟਡ ਹੋਵੇਗਾ ਉਸ ਦੀ ਐਡਿਕਸ਼ਨ ਨੂੰ ਵੀ ਖਤਮ ਕਰ ਦੇਵੇਗੀ ਤੇ ਜਿਸ ਤੋਂ ਬਾਅਦ ਇਹ ਵਾਈਨ ਦੀ ਸੇਲ ਬਹੁਤ ਵਧੀਆ ਹੋਈ। ਪਰ ਬੁਰੇ ਵਕਤ ਦਾ ਪਤਾ ਨਹੀਂ ਹੁੰਦਾ। ਇੱਕ ਸਮਾਜ ਸੁਧਾਰਕ ਨੇ ਇੱਕ ਮੁਹਿੰਮ ਚਾਲੂ ਕੀਤੀ ਜੋ ਕਿ ਹੌਲੀ-ਹੌਲੀ ਬਹੁਤ ਵੱਡੀ ਹੋ ਗਈ ਤੇ ਜਿਸ ਤੋਂ ਬਾਅਦ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਐਲਕੋਹਲਿਕ ਪ੍ਰੋਡਕਟ ਤੇ ਬੈਨ ਲੱਗਣਾ ਸ਼ੁਰੂ ਹੋ ਗਿਆ ਤੇ ਹੁਣ ਇਹਨਾਂ ਦੀ ਡਰਿੰਕ ਦੇ ਵਿੱਚ ਇੱਕ ਇਨਗਰੀਡੀਐਂਟ ਵਾਈਨ ਵੀ ਸੀ ਤੇ ਇਹਨਾਂ ਨੇ ਸੋਚਿਆ ਕਿ ਸਾਡੇ ਦੋ ਇਨਗਰੀਡੀਐਂਟ ਇਨ ਫਿਊਚਰ ਬੈਨ ਨਹੀਂ ਹੋਣਗੇ ਤੇ ਹੁਣ ਅਸੀਂ ਵਾਈਨ ਨੂੰ ਰਿਪਲੇਸ ਕਰਕੇ ਇਸ ਦੀ ਜਗ੍ਹਾ ਕੋਈ ਹੋਰ ਪਦਾਰਥ ਮਿਕਸ ਕਰਕੇ ਇੱਕ ਬੈਸਟ ਡਰਿੰਕ ਬਣਾ ਸਕਦੇ ਹਾਂ ਤੇ ਉਹ ਬੇਸਮੈਂਟ ਵਿੱਚ ਨਵੇਂ ਪ੍ਰਯੋਗ ਕਰਨ ਲੱਗਿਆ ਜਿੱਥੇ ਇਸ ਨੂੰ 8 ਮਈ 1886 ਵਿੱਚ ਕੋਕ ਦੀ ਅਸਲੀ ਰੈਸਿਪੀ ਮਿਲ ਗਈ ਤੇ ਜਿਸ ਤੋਂ ਬਾਅਦ ਇਸ ਦਾ ਨਾਮ ਰੱਖਿਆ ਗਿਆ ਕੋਕਾ ਕੋਲਾ ਕਿਉਂਕਿ ਇਸ ਦੇ ਵਿੱਚ ਕੋਕਾ ਪੌਦੇ ਦੇ ਪੱਤੇ ਤੇ ਕੋਲਾ ਇਸ ਲਈ ਕਿਉਂਕਿ ਇਸ ਵਿੱਚ ਕੋਲਾ ਨਟਸ ਹੁੰਦੇ ਸੀ ਤੇ ਇਹ ਕੇ ਨਾਲ ਸ਼ੁਰੂ ਹੁੰਦਾ ਸੀ ਪਰ ਰਾਈਮ ਕਰਨ ਲਈ ਸੀ ਨਾਲ ਕੋਲਾ ਲਿਖਣਾ ਸ਼ੁਰੂ ਕੀਤਾ ਗਿਆ ਤੇ ਉਸ ਸਮੇਂ ਜੌਨ ਨੇ ਆਪਣੇ ਅਫੀਮ ਦੇ ਨਸ਼ੇ ਨੂੰ ਛੱਡਣ ਲਈ ਕੋਕੀਨ ਦਾ ਸਹਾਰਾ ਲਿਆ। ਸੋ ਤੁਹਾਡੇ ਹਿਸਾਬ ਨਾਲ ਉਹ ਥੱਲੇ ਆਇਆ ਸੀ ਜਾਂ ਉੱਪਰ? ਸੋ ਸ਼ੁਰੂ ਵਿੱਚ ਜੋ ਕੋਕਾ ਪੌਦਾ ਦੇ ਪੱਤੇ ਯੂਜ਼ ਕੀਤੇ ਜਾਂਦੇ ਸੀ ਉਹਨਾਂ 'ਚ ਕੋਕੀਨ ਦਾ ਥੋੜਾ ਬਹੁਤ ਹਿੱਸਾ ਹੁੰਦਾ ਸੀ ਪਰ ਆਉਣ ਵਾਲੇ ਸਾਲਾਂ ਵਿੱਚ ਜੋ ਉਹ ਥੋੜਾ ਬਹੁਤ ਹਿੱਸਾ ਵੀ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ ਤੇ ਕੋਲਾ ਨਟਸ ਦੇ ਨਾਲ ਕੁਝ ਹੋਰ ਚੀਜ਼ਾਂ ਮਿਲਾ ਕੇ ਰੈਸਿਪੀ ਤਿਆਰ ਕੀਤੀ ਗਈ ਜੋ ਅੱਜ ਤੱਕ ਚੱਲਦੀ ਹੈ ਤੇ ਇਸ ਤਰ੍ਹਾਂ ਅਫੀਮ ਦੇ ਨਸ਼ੇ ਤੋਂ ਬਚਣ ਦੀ ਉਮੀਦ ਵਿੱਚ ਕੋਕਾ ਕੋਲਾ ਦਾ ਇਨਵੈਂਸ਼ਨ ਹੋਇਆ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਨੇ ਅਫੀਮ ਛੱਡਣ ਲਈ ਜ਼ਿਆਦਾ ਨਹੀਂ ਵਰਤਿਆ, ਅਫੀਮ ਖਾਣ ਤੋਂ ਬਾਅਦ ਜ਼ਿਆਦਾ ਵਰਤਿਆ ਹੈ ਤੇ ਸ਼ੁਰੂਆਤ ਵਿੱਚ ਕੋਕਾ ਕੋਲਾ ਇੱਕ ਮੈਡੀਸਨ ਦਾ ਕੰਮ ਕਰਦੀ ਸੀ ਜਿਵੇਂ ਕਿ ਨਰਵਸ ਡਿਸਆਰਡਰ, ਸਿਰ ਦਰਦ, ਮੈਂਟਲ ਤੇ ਡਿਪਰੈਸ਼ਨ ਦੇ ਸ਼ਿਕਾਰ ਨੂੰ ਦੂਰ ਕਰ ਰਹੀ ਸੀ ਤੇ ਤੁਹਾਨੂੰ ਦੱਸ ਦਈਏ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪੀਣ ਵਾਲੀ ਚੀਜ਼ ਪਾਣੀ ਤੋਂ ਬਾਅਦ ਕੋਕਾ ਕੋਲਾ ਹੈ ਤੇ ਜਿਸ ਨੇ ਇਸ ਨੂੰ ਬਣਾਇਆ ਸੀ ਅੱਜ ਉਹ ਇਸ ਦਾ ਮਾਲਕ ਨਹੀਂ ਹੈ ਕਿਉਂਕਿ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਕੋਕ ਇੰਨਾ ਮਸ਼ਹੂਰ ਨਹੀਂ ਸੀ। ਉਸ ਵਕਤ ਜੌਨ ਨੂੰ ਘਾਟਾ ਹੋਇਆ ਸੀ ਪਰ ਇਸ ਨੂੰ ਯਕੀਨ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਨੈਸ਼ਨਲ ਡਰਿੰਕ ਬਣੇਗਾ ਤੇ ਜਿਸ ਤੋਂ ਬਾਅਦ ਇਸ ਨੇ ਆਪਣੇ ਕੋਕਾ ਕੋਲਾ ਦੇ ਸ਼ੇਅਰ ਵੱਡੇ ਵਪਾਰੀਆਂ ਨੂੰ ਵੇਚ ਦਿੱਤੇ ਪਰ ਫਿਰ ਵੀ ਬਹੁਤ ਸਾਰੇ ਸ਼ੇਅਰਾਂ ਦਾ ਇੱਕ ਵੱਡਾ ਹਿੱਸਾ ਆਪਣੇ ਬੇਟੇ ਦੇ ਨਾਮ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਚਾਰਲੀ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਸਾਰੇ ਸ਼ੇਅਰ ਆਸਾ ਗ੍ਰਿਗਸ ਕੈਂਡਲਰ ਨੂੰ $1750 ਵਿੱਚ ਵੇਚ ਦਿੱਤੇ ਤੇ ਜਿਸ ਤੋਂ ਬਾਅਦ 1888 ਦੇ ਵਿੱਚ ਸਾਰੇ ਸ਼ੇਅਰ ਆਸਾ ਦੇ ਕੋਲ ਆ ਗਏ ਸੀ ਕਿਉਂਕਿ ਇਸ ਨੇ ਬਾਕੀ ਸ਼ੇਅਰਸ ਵੀ ਹੋਰ ਵਪਾਰੀਆਂ ਤੋਂ ਖਰੀਦ ਲਏ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਵਾਰਨ ਬਫੇ ਨੇ ਆਪਣੀ ਜ਼ਿੰਦਗੀ ਦੀ ਅਮੀਰੀ ਦੀ ਸ਼ੁਰੂਆਤ ਇਸ ਕੰਪਨੀ ਦੇ ਸ਼ੇਅਰ ਖਰੀਦ ਕੇ ਕੀਤੀ ਸੀ ਤੇ ਇਸ ਤੋਂ ਬਾਅਦ ਜੌਨ ਪੈਂਬਰਟਨ ਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਫਿਰ 29 ਜਨਵਰੀ 1892 ਨੂੰ ਕੋਕਾ ਕੋਲਾ ਨੂੰ ਇੱਕ ਪ੍ਰੋਡਕਟ ਤੋਂ ਕੰਪਨੀ ਬਣਾ ਦਿੱਤਾ ਜਾਂਦਾ ਹੈ ਤੇ ਕੰਪਨੀ ਦੇ ਫਾਊਂਡਰ ਬਣ ਜਾਂਦੇ ਨੇ ਆਸਾ ਗ੍ਰਿਗਸ ਕੈਂਡਲਰ। ਪਰ ਪ੍ਰੋਡਕਟ ਦੇ ਓਨਰ ਹਲੇ ਵੀ ਜੌਨ ਪੈਂਬਰਟਨ ਹੀ ਸੀ ਤੇ ਪਹਿਲਾਂ ਇਹ ਸਟੋਰਾਂ ਤੇ ਰੱਖ ਕੇ ਹੀ ਬਣਾਇਆ ਜਾਂਦਾ ਸੀ। ਮਤਲਬ ਪਹਿਲਾਂ ਕੋਲਾ ਸਿਰਪ ਵਿੱਚ ਬਰਫ਼ ਮਿਲਾਈ ਜਾਂਦੀ ਸੀ ਤੇ ਉਸ ਤੋਂ ਬਾਅਦ ਫਿਰ ਇਸ ਵਿੱਚ ਸੋਡਾ ਮਿਲਾਇਆ ਜਾਂਦਾ ਸੀ ਤੇ ਨਾਲ ਦੀ ਨਾਲ ਬਣਾ ਕੇ ਸਰਵ ਕੀਤਾ ਜਾਂਦਾ ਸੀ ਤੇ 12 ਮਾਰਚ 1894 ਤੋਂ ਬਾਅਦ ਇਸ ਨੂੰ ਬੋਤਲ ਵਿੱਚ ਪੈਕ ਕਰਕੇ ਸਰਵ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਇਸ ਦੀਆਂ ਬਹੁਤ ਸਾਰੀਆਂ ਕਾਪੀਆਂ ਬਣੀਆਂ ਪਰ ਉਹ ਕਾਮਯਾਬ ਨਹੀਂ ਹੋਈਆਂ ਤੇ ਇਹਨਾਂ ਦੇ
ਲੋਗੋ ਵੀ ਚੋਰੀ ਹੁੰਦੇ ਰਹੇ ਤੇ ਜੋ ਬੋਤਲ ਉੱਤੇ ਇਹ ਲੋਗੋ ਲਾਉਂਦੇ ਸੀ ਉਹ ਉਤਰ ਜਾਂਦਾ ਸੀ। ਤੇ ਫਿਰ ਇਹਨਾਂ ਨੇ ਇੱਕ ਖਾਸ ਤਰ੍ਹਾਂ ਦੀ ਬੋਤਲ ਬਣਾਉਣ ਵਾਸਤੇ ਸੋਚਿਆ, ਕਿਉਂਕਿ ਇਹਨਾਂ ਦਾ ਸੋਚਣਾ ਸੀ ਕਿ ਅਜਿਹੀ ਬੋਤਲ ਬਣਾਈ ਜਾਵੇ ਜਿਸ ਨੂੰ ਕੋਈ ਹੱਥ ਲਾ ਕੇ ਹੀ ਦੱਸ ਦਵੇ ਕਿ ਇਹ ਕੋਕ ਦੀ ਬੋਤਲ ਹੈ, ਕਿਉਂਕਿ ਉਸ ਸਮੇਂ ਇਸ ਤਰ੍ਹਾਂ ਦੀ ਬੋਤਲ ਆਉਂਦੀ ਹੀ ਨਹੀਂ ਸੀ। ਤੇ ਫਿਰ ਇੱਕ ਖਾਸ ਤਰ੍ਹਾਂ ਦੀ ਬੋਤਲ ਤਿਆਰ ਕੀਤੀ ਗਈ ਤੇ ਇਸ ਨੂੰ ਹੀ ਟ੍ਰੇਡਮਾਰਕ ਰਜਿਸਟਰ ਕਰਾ ਦਿੱਤਾ ਗਿਆ ਤੇ ਹੁਣ ਇਸ ਤੇ ਕੋਈ ਵੀ ਲੇਬਲ ਲਾਉਣ ਦੀ ਲੋੜ ਨਹੀਂ ਸੀ। ਤੇ ਤੁਹਾਨੂੰ ਦੱਸ ਦਈਏ ਕਿ ਕੋਕਾ ਕੋਲਾ ਵਰਗੀ ਕੰਪਨੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪੂਰੇ ਦਿਨ ਦੇ 9 ਗਲਾਸ ਹੀ ਵੇਚ ਪਾਉਂਦੀ ਸੀ, ਪਰ ਅੱਜ ਇਹ ਕੰਪਨੀ ਪੂਰੇ ਦਿਨ ਵਿੱਚ 2 ਅਰਬ ਤੋਂ ਜ਼ਿਆਦਾ ਬੋਤਲਾਂ ਵੇਚ ਦਿੰਦੀ ਹੈ ਤੇ ਇਹ ਸਭ ਹੋਇਆ ਹਾਰਡ ਵਰਕ ਤੇ ਸਮਾਰਟ ਵਰਕ ਨਾਲ। ਸੋ ਅੱਜ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਉਹ ਕੰਪਨੀ ਜਾਂ ਉਹ ਇਨਸਾਨ, ਉਹ ਬੰਦਾ ਉੱਥੇ ਪਹੁੰਚਿਆ ਤਾਂ ਮੈਂ ਵੀ ਪਹੁੰਚ ਸਕਦਾ। ਪਰ ਕੋਕਾ ਕੋਲਾ ਵਰਗੀ ਕੰਪਨੀ ਕੋਲ ਤਾਂ ਨਵਾਂ ਫਰੈਸ਼ ਆਈਡੀਆ ਸੀ ਤੇ ਉਸ ਸਮੇਂ ਤਾਂ ਬੋਤਲਾਂ ਵਿੱਚ ਡਰਿੰਕ ਪੈਕ ਕਰਕੇ ਵੀ ਨਹੀਂ ਦਿੱਤੀ ਜਾਂਦੀ ਸੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਕੁਝ ਵੀ ਕਰ ਸਕਦਾ ਹੈ ਜੇਕਰ ਇਰਾਦੇ ਪੱਕੇ ਹੋਣ। ਤੇ ਅਗਲੀ ਗੱਲ ਧਿਆਨ